ਭੀਖਣ ਸ਼ਾਹ ਫਕੀਰ ਸੈਂਕੜੇ ਮੀਲਾਂ ਦਾ ਪੰਧ ਮੁਕਾ ਕੇ ਬਾਲ ਗੋਬਿੰਦ ਰਾਏ ਦੇ ਦਰਸ਼ਨ ਕਰਨ ਲਈ ਜਦੋਂ ਆਇਆ ਤੇ ਦੋਨੇ ਕੁੱਜੀਆਂ ਮੋੜ ਕੇ ਆਪਣੇ ਨਾਲ ਵਾਪਸ ਕਿਉਂ ਲੈ ਗਏ। ਬਾਲ ਗੋਬਿੰਦ ਰਾਏ ਆਪਣੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਗਰੀਬ ਬੁੱਢੀ ਮਾਈ ਦੀਆਂ ਪੂਣੀਆਂ ਉਸ ਦੇ ਛਾਪੇ ਵਿੱਚੋਂ ਚੁੱਕ ਕੇ ਹਰ ਰੋਜ਼ ਕਿਉਂ ਖਿਲਾਰ ਦਿਆ ਕਰਦੇ ਸਨ। ਜਦ ਮੈਣੀ ਰਾਣੀ ਨੇ ਪੁੱਛਿਆ ਸੀ, ਗੋਬਿੰਦ, ਦੋ ਮਾਵਾਂ ਦਾ ਇੱਕ ਪੁੱਤਰ ਕਿਵੇਂ ਹੋ ਸਕਦਾ ਹੈ, ਤੇ ਬਾਲ ਗੋਬਿੰਦ ਰਾਏ ਜੀ ਨੇ ਕੀ ਉੱਤਰ ਦਿੱਤਾ ਸੀ ਰਾਣੀ ਮੈਣੀ ਨੂੰ। ਗੰਗਾ ਕਿਨਾਰੇ ਰਹਿਣ ਵਾਲੇ ਇੱਕ ਦੁਖੀ ਕੋਹੜੀ ਬ੍ਰਾਹਮਣ ਦਾ ਕੋੜ ਕਲਗੀਧਰ ਪਾਤਸ਼ਾਹ ਨੇ ਕੁਝ ਹੀ ਪਲਾਂ ਦੇ ਵਿੱਚ ਕਿਵੇਂ ਦੂਰ ਕਰ ਦਿੱਤਾ। ਪਟਨਾ ਸ਼ਹਿਰ ਦੀ ਗੰਗਾ ਨਦੀ ਵਿੱਚ ਸਭ ਤੋਂ ਮਹਿੰਗੀ, ਸਭ ਤੋਂ ਕੀਮਤੀ ਬੇੜੀ ਕਲਗੀਧਰ ਪਾਤਸ਼ਾਹ ਦੀ ਸੀ। ਗੁਰੂ ਗੋਬਿੰਦ ਰਾਏ ਨੂੰ ਇਹ ਕਿਸ਼ਤੀ ਕਿਸ ਨੇ ਭੇਟ ਕੀਤੀ? ਤਖਤ ਸ੍ਰੀ ਪਟਨਾ ਸਾਹਿਬ ਦੇ ਸਥਾਨ ਤੇ ਰਹਿਰਾਸ ਸਾਹਿਬ ਜੀ ਦਾ ਪਾਠ ਆਮ ਮਰਿਆਦਾ ਨਾਲੋਂ ਦੇਰ ਨਾਲ ਕਿਉਂ ਕੀਤਾ ਜਾਂਦਾ ਹੈ? ਇਹ ਰੀਤ ਕਦੋਂ ਪਈ? ਪਟਨੇ ਦੀ ਧਰਤੀ ਤੇ ਆਪਣੀ ਬਾਲ ਉਮਰ ਵਿੱਚ ਗੋਬਿੰਦ ਰਾਏ ਜੀ ਨੇ ਕਿਹੜੇ ਪਰਿਵਾਰ ਨੂੰ ਪੁੱਤਰਾਂ ਦੀ ਦਾਤ ਬਖਸ਼ਿਸ਼ ਕੀਤੀ? ਬਾਲ ਗੋਬਿੰਦ ਰਾਏ ਜੀ ਨੂੰ ਸੀਸ ਤੇ ਸਜਾਉਣ ਦੇ ਲਈ ਪਹਿਲੀ ਕਲਗੀ ਕਿਹੜੇ ਪਰਿਵਾਰ ਨੇ ਪਟਨਾ ਸਾਹਿਬ ਦੀ ਧਰਤੀ ਤੇ ਭੇਟ ਕੀਤੀ, ਜਿਸ ਨਾਲ ਆਪ ਜੀ ਦਾ ਨਾਮ ਕਲਗੀਆਂ ਵਾਲਾ ਪ੍ਰਸਿੱਧ ਹੋ ਗਿਆ? ਪਟਨਾ ਸਾਹਿਬ ਦੀ ਧਰਤੀ ਦੇ ਹੋਰ ਵੀ ਬੇਅੰਤ ਚੋਜ ਅੱਜ ਦੀ ਵੀਡੀਓ ਵਿੱਚ ਆਪ ਸਿੱਖ ਸੰਗਤਾਂ ਦੇ ਸਾਹਮਣੇ ਬਿਆਨ ਕੀਤੇ ਜਾਣਗੇ। ਵੀਡੀਓ ਅਖੀਰ ਤੱਕ ਜਰੂਰ ਦੇਖਿਓ, ਲਾਈਕ, ਕਮੈਂਟ ਅਤੇ ਸ਼ੇਅਰ ਵੀ ਕਰਿਓ ਅਤੇ ਸਾਡਾ YouTube ਚੈਨਲ ਮੁਲਕ ਪੰਜਾਬ ਸਬਸਕ੍ਰਾਈਬ ਵੀ ਕਰੋ। ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ 22 ਦਸੰਬਰ 1666 ਈਸਵੀ ਪੋਹ ਸੁਦੀ 7ਵੀਂ ਨੂੰ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ। ਅਵਤਾਰ ਧਾਰਨ ਬਾਅਦ ਜਿਹੜਾ ਪਹਿਲਾ ਕੌਤਕ ਹੈ ਉਹ ਭੀਖਣ ਸ਼ਾਹ ਫਕੀਰ ਨਾਲ ਜੁੜਦਾ ਹੈ। ਪੰਜਾਬ ਦੇ ਪਿੰਡ ਸਿਆਣਾ ਵਿੱਚ 1637 ਈਸਵੀ ਨੂੰ ਭੀਖਣ ਸ਼ਾਹ ਫਕੀਰ ਦਾ ਜਨਮ ਹੋਇਆ ਸੀ। ਬਚਪਨ ਤੋਂ ਲੈ ਕੇ ਅੱਲਾ ਦੀ ਬੰਦਗੀ ਕਰਨ ਵਾਲਾ ਇਹ ਪੁਰਸ਼ ਆਪਣੀ ਜ਼ਿੰਦਗੀ ਦਮ-ਦਮ ਰੱਬ ਦੇ ਲੇਖੇ ਲਗਾ ਰਿਹਾ ਸੀ, ਪਰ ਜਦੋਂ ਸਾਹਿਬ ਦਾ ਅਵਤਾਰ ਹੋਇਆ ਇਸ ਨੇ ਚੜ੍ਹਦੇ ਨੂੰ ਸਜਦਾ ਕੀਤਾ। ਇਸ ਦੇ ਵਿਦਵਾਨ ਚੇਲਿਆਂ ਨੇ ਸਵਾਲ ਕੀਤਾ। ਆਪ ਜੀ ਆਪਣੇ ਚੇਲਿਆਂ ਨਾਲ ਕਈ 100 ਕੋਹ ਦਾ ਪੰਧ ਤੈਅ ਕਰਕੇ ਪਟਨੇ ਦੀ ਧਰਤੀ ਤੇ ਗਏ। ਭੀਖਣ ਸ਼ਾਹ ਫਕੀਰ ਨੇ ਜਦੋਂ ਦਰਸ਼ਨ ਕੀਤੇ ਤੇ ਗੁੱਜੀਆਂ ਰਮਜ਼ਾਂ ਦੇ ਨਾਲ ਦੋ ਕੁੱਜੀਆਂ ਕਲਗੀਧਰ ਪਾਤਸ਼ਾਹ ਜੀ ਦੇ ਅੱਗੇ ਲਿਆ ਰੱਖੀਆਂ। ਇਤਿਹਾਸ ਲਿਖਦਾ ਹੈ ਇੱਕ ਕੁੱਜੀ ਦੇ ਵਿੱਚ ਜਲ ਤੇ ਦੂਸਰੀ ਦੇ ਵਿੱਚ ਦੁੱਧ ਸੀ। ਦੂਸਰਾ ਇਤਿਹਾਸਕਾਰ ਲਿਖਦਾ ਹੈ ਦੋਨਾਂ ਕੁੱਜੀਆਂ ਦੇ ਵਿੱਚ ਮਠਿਆਈ ਸੀ। ਜਦ ਕਲਗੀਧਰ ਪਾਤਸ਼ਾਹ ਜੀ ਦੇ ਸਨਮੁਖ ਰੱਖੀਆਂ, ਮੇਰੇ ਸਾਹਿਬ ਜੀ ਨੇ ਆਪਣੇ ਨੰਨੇ ਹੱਥ ਦੋਨਾਂ ਕੁੱਜੀਆਂ ਤੇ ਰੱਖ ਦਿੱਤੇ। ਭੀਖਣ ਸ਼ਾਹ ਫਕੀਰ ਨੇ ਚਰਨਬੋਸੀ ਕੀਤੀ, ਆਪਣਾ ਸੀਸ ਗੁਰੂ ਦੇ ਚਰਨਾਂ ਨਾਲ ਲਗਾ ਦਿੱਤਾ। ਦੋਨੇ ਕੁੱਜੀਆਂ ਭੀਖਣ ਸ਼ਾਹ ਫਕੀਰ ਆਪਣੇ ਨਾਲ ਵਾਪਸ ਮੋੜ ਲਿਆਏ। ਰਸਤੇ ਦੇ ਵਿੱਚ ਚੇਲਿਆਂ ਸਵਾਲ ਪੁੱਛਿਆ, ਬਾਬਾ ਇਹ ਦੋ ਕੁੱਜੀਆਂ ਲਿਜਾਣ ਦਾ ਮਕਸਦ ਕੀ ਤੇ ਬਾਲ ਅੱਗੇ ਭੇਟ ਕਰਨ ਦਾ ਚੋਜ ਕੀ? ਭੀਖਣ ਸ਼ਾਹ ਫਕੀਰ ਨੇ ਆਖਿਆ ਸੀ ਕਿ ਮੈਂ ਦੇਖਣਾ ਚਾਹੁੰਦਾ ਸਾਂ ਪੂਰਬ ਦੇ ਵਿੱਚ ਜੋ ਰੂਹਾਨੀ ਨੂਰ ਨੇ ਅਵਤਾਰ ਧਾਰਿਆ ਉਹ ਹਿੰਦੂ ਜਾਂ ਮੁਸਲਮਾਨ ਕਿਸ ਦੀ ਰੱਖਿਆ ਕਰੇਗਾ। ਪਰ ਬਾਲ ਅਵਸਥਾ ਵਿੱਚ ਗੋਬਿੰਦ ਰਾਏ ਨੇ ਦੋਨਾਂ ਨੂੰ ਬਰਾਬਰ ਜਾਣਿਆ ਹੈ। ਇਹ ਹਿੰਦੂਆਂ ਮੁਸਲਮਾਨਾਂ ਦਾ ਸਾਂਝਾ ਪੀਰ ਹੋਏਗਾ। ਪਟਨੇ ਦੀ ਧਰਤੀ ਤੇ ਚੋਜ ਕਰਦਿਆਂ ਕਲਗੀਧਰ ਪਾਤਸ਼ਾਹ ਆਪਣੇ ਸਾਥੀਆਂ ਨਾਲ ਖੇਡਦਿਆਂ ਆਪਣੇ ਘਰ ਦੇ ਗਵਾਂਢ ਇੱਕ ਬਜ਼ੁਰਗ ਮਾਈ ਦੇ ਘਰ ਚਲੇ ਜਾਇਆ ਕਰਦੇ। 80-85 ਸਾਲ ਦੀ ਬੁੱਢੀ ਮਾਂ ਜੋ ਗਰੀਬ ਵੀ ਸੀ, ਲੋੜਵੰਦ ਸੀ, ਉਹ ਲੋਕਾਂ ਦਾ ਸੂਤ ਕੱਤ ਕੇ ਆਪਣਾ ਗੁਜ਼ਾਰਾ ਕਰਿਆ ਕਰਦੀ। ਸਾਹਿਬ ਸਪੋਕਲੇ ਉਸ ਦੇ ਕੋਲ ਜਾਂਦੇ ਤੇ ਉਸ ਦੇ ਛਾਪੇ ਵਿੱਚੋਂ ਪਈਆਂ ਹੋਈਆਂ ਪੂਣੀਆਂ ਚੁੱਕ ਕੇ ਖਿਲਾਰ ਦਿੰਦੇ, ਖਿੜਖਿੜਾ ਕੇ ਹੱਸ ਪੈਂਦੇ ਤੇ ਆਪਣੇ ਸਾਥੀਆਂ ਦੇ ਨਾਲ ਦੌੜ ਕੇ ਵਾਪਸ ਆ ਜਾਇਆ ਕਰਦੇ। ਕਈ ਦਿਨ ਇਸ ਤਰ੍ਹਾਂ ਚੱਲਦਾ ਰਿਹਾ। ਅੰਤ ਨੂੰ ਉਸ ਬੁੱਢੀ ਮਾਈ ਨੇ ਕਲਗੀਧਰ ਜੀ ਦੀ ਮਾਤਾ ਗੁਜਰ ਕੌਰ ਜੀ ਨੂੰ ਆਣ ਦੱਸਿਆ। ਮਾਤਾ ਗੁਜਰ ਕੌਰ ਜੀ ਨੇ ਬਜ਼ੁਰਗ ਮਾਈ ਦੀ ਗੱਲ ਵੀ ਸੁਣੀ ਅਤੇ ਆਪਣੇ ਕੋਲੋਂ ਕੁਝ ਮੋਹਰਾਂ ਦੇ ਕੇ ਉਸ ਬਜ਼ੁਰਗ ਮਾਂ ਨੂੰ ਘਰ ਨੂੰ ਤੋਰ ਦਿੱਤਾ। ਜਦੋਂ ਬਾਲ ਗੋਬਿੰਦ ਰਾਏ ਸ਼ਾਮ ਨੂੰ ਘਰ ਆਏ, ਮਾਤਾ ਗੁਜਰ ਕੌਰ ਨੇ ਪੁੱਛਿਆ, ਬਾਲ ਉਸ ਬਜ਼ੁਰਗ ਮਾਈ ਦੀਆਂ ਪੂਣੀਆਂ ਹਰ ਰੋਜ਼ ਕਿਉਂ ਖਿਲਾਰ ਦਿੰਦੇ ਹੋ? ਤਾਂ ਸਾਹਿਬ ਜੀ ਨੇ ਗੰਭੀਰ ਹੋ ਕੇ ਆਖਿਆ ਸੀ, ਮਾਂ
ਉਸ ਬਜ਼ੁਰਗ ਮਾਈ ਦੀਆਂ ਪੂਣੀਆਂ ਵਿੱਚੋਂ ਰੂਹ ਨਹੀਂ, ਉਸ ਦੇ ਪਾਪ ਉੱਡ ਰਹੇ ਨੇ। ਮੈਂ ਉਸ ਦੀ ਗਰੀਬੀ ਕੱਟ ਰਿਹਾ ਹਾਂ। ਜਦ ਮੈਂ ਪੂਣੀਆਂ ਖਿਲਾਰਦਾ ਹਾਂ ਉਹ ਤੁਹਾਡੇ ਕੋਲ ਆਏਗੀ, ਤੁਸੀਂ ਉਸ ਨੂੰ ਮੋਹਰਾ ਦਿੰਦੇ ਹੋ। ਜਿੰਨੀ ਮਾਇਆ ਉਹ ਕਮਾ ਨਹੀਂ ਸਕਦੀ ਉਸ ਨੂੰ ਇੱਕਦਮ ਮਿਲ ਜਾਂਦੀ ਏ। ਇਹਦੇ ਨਾਲ ਉਸ ਦੀ ਗਰੀਬੀ ਕੱਟੀ ਜਾਏਗੀ। ਬਾਲ ਗੋਬਿੰਦ ਰਾਏ ਜੀ ਛੋਟੀ ਉਮਰ ਦੇ ਵਿੱਚ ਬੜੇ ਸੋਹਣੇ ਅਤੇ ਹੱਸੂ ਕਰਦੇ ਮੁਖੜੇ ਵਾਲੇ ਸਨ ਅਤੇ ਦਾਦੀ ਮਾਂ ਬੇਬੇ ਨਾਨਕੀ ਬਾਲ ਗੋਬਿੰਦ ਰਾਏ ਜੀ ਦੇ ਸੀਸ ਤੇ ਛੋਟੀ ਜੀ ਦਸਤਾਰ ਸਜਾ ਦਿਆ ਕਰਦੀ। ਪਟਨੇ ਸ਼ਹਿਰ ਦੇ ਵਿੱਚ ਬੜੇ ਧਨੀ ਸਿੱਖ ਰਹਿੰਦੇ ਸਨ, ਜਿਨ੍ਹਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਬੇਅੰਤ ਕੀਮਤੀ ਖਿਡੌਣੇ, ਬੇਅੰਤ ਪੋਸ਼ਾਕਾਂ ਭੇਟ ਕੀਤੀਆਂ ਜਾਂਦੀਆਂ। ਇਸੇ ਸ਼ਹਿਰ ਦੇ ਵਿੱਚੋਂ ਇੱਕ ਧਨਾੜ ਸਿੱਖ ਦੀ ਇਸਤਰੀ ਨੇ ਇੱਕ ਬਹੁਮੁੱਲੇ ਖੰਭਾਂ ਦੀ ਕਲਗੀ ਲਿਆ ਕੇ ਬਾਲ ਗੋਬਿੰਦ ਰਾਏ ਜੀ ਅੱਗੇ ਭੇਟ ਕੀਤੀ, ਜਿਸ ਨੂੰ ਮਾਤਾ ਬੇਬੇ ਨਾਨਕੀ ਨੇ ਦਸਤਾਰ ਸਜਾ ਕੇ ਬਾਲ ਗੋਬਿੰਦ ਰਾਏ ਦੀ ਦਸਤਾਰ ਦੇ ਵਿੱਚ ਸਜਾ ਦਿੱਤਾ। ਆਪ ਹਰ ਵੇਲੇ ਦਸਤਾਰ ਦੇ ਵਿੱਚ ਉਹ ਕਲਗੀ ਸਜਾ ਕੇ ਰੱਖਦੇ। ਆਪਣੇ ਸਾਥੀਆਂ ਨਾਲ ਖੇਡਣ ਜਾਣਾ ਜਾਂ ਪਟਨੇ ਦੀਆਂ ਗਲੀਆਂ ਵਿੱਚ ਗੇੜਾ ਲਗਾਉਣ ਜਾਣਾ, ਆਪ ਜੀ ਦੇ ਦਸਤਾਰ ਵਿੱਚ ਕਲਗੀ ਸਜੀ ਹੋਇਆ ਕਰਦੀ। ਇਸ ਸਜੀ ਹੋਈ ਕਲਗੀ ਨੂੰ ਦੇਖ ਕੇ ਬਾਲ ਗੋਬਿੰਦ ਰਾਏ ਨੂੰ ਪਟਨੇ ਦੀਆਂ ਸਿੱਖ ਸੰਗਤਾਂ ਨੇ ਕਲਗੀਆਂ ਵਾਲਾ ਕਹਿਣਾ ਸ਼ੁਰੂ ਕਰ ਦਿੱਤਾ। ਇਹ ਨਾਮ ਬਚਪਨ ਤੋਂ ਹੀ ਸਾਹਿਬ ਦੇ ਨਾਮ ਨਾਲ ਐਸਾ ਜੁੜ ਗਿਆ ਕਿ ਅੱਜ ਸਾਰੇ ਸੰਸਾਰ ਦੀਆਂ ਸਿੱਖ ਸੰਗਤਾਂ ਕਲਗੀਆਂ ਵਾਲਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਨਾਲ ਯਾਦ ਕਰਦੀਆਂ ਹਨ। ਟਾਏ ਬਾਰੇ ਇੱਕ ਗੱਲ ਸ਼ਹਿਰ ਦੇ ਵਿੱਚ ਧੁੰਮ ਗਈ ਸੀ ਕਿ ਬਾਲਕ ਡਾਢੀ ਖੁਸ਼ੀ ਵਿੱਚ ਜਾਂ ਗੁੱਸੇ ਵਿੱਚ ਆ ਕੇ ਜੋ ਵੀ ਬੋਲ ਦਿੰਦੇ ਹਨ ਉਹ ਅਟਲ ਸੱਚ ਹੋ ਜਾਂਦੇ ਹਨ, ਜਿਸ ਕਰਕੇ ਆਮ ਲੋਕ ਤੇ ਖੇਡਣ ਵਾਲੇ ਸਾਥੀ ਸਾਹਿਬ ਜੀ ਦਾ ਅਦਬ ਦੇ ਨਾਲ ਭੈ ਵੀ ਮੰਨਣ ਲੱਗ ਪਏ। ਪਰ ਇੱਕ ਦਿਨ ਅਚਰਜ ਕੌਤਕ ਵਰਤਿਆ। ਪਟਨੇ ਸ਼ਹਿਰ ਦੀ ਇੱਕ ਸਿੱਖ ਬੀਬੀ, ਜਿਸ ਦੇ ਘਰ ਵਿੱਚ ਕਦੇ ਕੋਈ ਔਲਾਦ ਨਹੀਂ ਸੀ ਹੋਈ, ਜਿਸ ਨੂੰ ਪੁੱਤਰ ਖਿਡਾਉਣ ਦਾ ਬੜਾ ਚਾਅ ਸੀ, ਪਰ ਉਹਦੀ ਮੁਰਾਦ ਜਦ ਪੂਰੀ ਨਾ ਹੋਈ, ਉਸ ਨੂੰ ਗਲੀ ਮਹੱਲੇ ਦੀਆਂ ਇਸਤਰੀਆਂ ਇਕੱਠੀਆਂ ਹੋ ਕੇ ਆਪਣੇ ਨਾਲ ਲੈ ਆਈਆਂ। ਬਾਲ ਗੋਬਿੰਦ ਰਾਏ ਜੀ ਆਪਣੇ ਸਾਥੀਆਂ ਨਾਲ ਖੇਡ ਕੇ ਘਰੇ ਆਏ ਸਨ। ਮੁਹੱਲੇ ਦੀਆਂ ਇਸਤਰੀਆਂ ਨੇ ਬੜਾ ਜ਼ੋਰ ਲਾਇਆ ਕਿ ਨੰਦਨ ਜੀ ਆਪਣੇ ਮੁਖ ਵਿੱਚੋਂ ਇੱਕ ਵਾਰ ਆਖ ਦਿਓ ਕਿ ਇਸ ਇਸਤਰੀ ਦੇ ਘਰ ਪੁੱਤਰ ਹੋਏਗਾ। ਪਾਤਸ਼ਾਹ ਕਹਿੰਦੇ ਇਸ ਦੇ ਕਰਮ ਹੋਏ ਤੇ ਇਸ ਦੇ ਘਰ ਪੁੱਤਰ ਹੋ ਜਾਏਗਾ, ਇਹ ਜਾਣੇ ਇਸ ਦੇ ਕਰਮ ਜਾਣਨ। ਪਰ ਉਹ ਇਸਤਰੀਆਂ ਇਕੱਠੀਆਂ ਹੋ ਕੇ ਮਾਤਾ ਗੁਜਰ ਕੌਰ ਕੋਲੇ ਚਲੀਆਂ ਗਈਆਂ। ਮਾਤਾ ਗੁਜਰ ਕੌਰ ਜੀ ਬਾਲ ਗੋਬਿੰਦ ਰਾਏ ਜੀ ਦੇ ਕੋਲ ਆਏ, ਸਿਰ ਤੇ ਹੱਥ ਫੇਰਿਆ, ਆਪਣੀ ਗੋਦੀ ਦੇ ਵਿੱਚ ਬਿਠਾਲ ਕੇ ਆਖਿਆ, ਪੁੱਤਰ ਜੀ ਆਪ ਜੀ ਇੱਕ ਵਾਰ ਆਪਣੇ ਮੁਖ ਤੋਂ ਅਸੀਸ ਦੇ ਦਿਓ ਕਿ ਜਾ ਤੇਰੀ ਗੋਦੀ ਪੁੱਤਰ ਖੇਲੇਗਾ। ਬਾਲ ਗੋਬਿੰਦ ਰਾਏ ਜੀ ਤਾੜੀ ਮਾਰ ਕੇ ਖਿਲਖਿਲਾ ਕੇ ਹੱਸ ਪਏ। ਆਖਣ ਲੱਗੇ, ਮਾਂ ਇਹਨਾਂ ਨੂੰ ਪੁੱਤਰ ਐਵੇਂ ਕਿਵੇਂ ਦੇ ਦਈਏ? ਇਹਨਾਂ ਦੇ ਕੋਲ ਇੰਨੀਆਂ ਸਾਰੀਆਂ ਕਿਸ਼ਤੀਆਂ ਹਨ, ਉਹਨਾਂ ਦੇ ਵਿੱਚ ਇੱਕ ਸਭ ਤੋਂ ਸੋਹਣੀ ਕਿਸ਼ਤੀ ਸਾਨੂੰ ਦੇ ਦੇਣ, ਫਿਰ ਇੱਕ ਚਾਹੇ 5 ਪੁੱਤਰ ਲੈ ਲੈਣ। ਸੁਣ ਕੇ ਉਹ ਸਵਾਣੀ ਖੁਸ਼ ਹੋ ਗਈ। ਬਚਨ ਕੀਤਾ, ਗੋਬਿੰਦ ਰਾਏ ਜੀ ਅੱਜ ਤੋਂ ਸਭ ਤੋਂ ਸੋਹਣੀ ਕਿਸ਼ਤੀ ਤੁਹਾਡੀ ਹੋਈ ਕਿ ਸਮਾਂ ਪਾ ਕੇ ਉਹਨਾਂ ਦੇ ਘਰ 5 ਪੁੱਤਰ ਪੈਦਾ ਹੋਏ ਅਤੇ ਪਟਨੇ ਦੀ ਗੰਗਾ ਨਦੀ ਦੇ ਵਿੱਚ ਉਸ ਕਿਸ਼ਤੀ ਦੇ ਵਿੱਚ ਕਲਗੀਧਰ ਪਾਤਸ਼ਾਹ ਆਪਣੇ ਸਾਥੀਆਂ ਨਾਲ ਖੇਡਿਆ ਕਰਦੇ। ਲੋੜਵੰਦਾਂ ਨੂੰ ਇਧਰਲੇ ਪੱਤਣ ਤੋਂ ਦੂਸਰੇ ਪੱਤਣ ਤੱਕ ਪਾਰ ਲੰਘਾ ਦਿਆ ਕਰਦੇ। ਗੰਗਾ ਦੇ ਕਿਨਾਰੇ ਤੇ ਇੱਕ ਹੋਰ ਬਜ਼ੁਰਗ ਪੰਡਤ ਰਹਿੰਦਾ ਸੀ, ਜਿਸ ਦੇ ਸਰੀਰ ਤੇ ਕੋੜ ਦਾ ਰੋਗ ਫੈਲ ਚੁੱਕਿਆ ਸੀ। ਸਾਰੇ ਲੋਕ ਉਸ ਤੋਂ ਦੂਰ ਰਹਿੰਦੇ ਸਨ। ਇੱਕ ਦਿਨ ਬਾਲ ਗੋਬਿੰਦ ਰਾਏ ਆਪਣੇ ਸਾਥੀਆਂ ਨਾਲ ਆਏ, ਬੜੇ ਜੋਸ਼ ਅਤੇ ਤੇਜ ਵਿੱਚ ਆ ਰਹੇ ਨੇ। ਪੰਡਤ ਸ਼ਿਵਦੱਤ ਆਪਣੇ ਠਾਕਰਾਂ ਦੀ ਪੂਜਾ ਕਰ ਰਿਹਾ ਹੈ, ਉਹ ਦੂਸਰਾ ਬ੍ਰਾਹਮਣ ਸੂਰਜ ਨੂੰ ਜਲ ਦੇ ਰਿਹਾ। ਬਾਲ ਗੋਬਿੰਦ ਰਾਏ ਜੀ ਆਪਣੇ ਸਾਥੀਆਂ ਨਾਲ ਯਕਦਮ ਉਸ ਦੇ ਕੋਲ ਜਾਂਦੇ ਹਨ, ਉਸ ਨੂੰ ਧੱਕਾ ਦੇ ਕੇ ਗੰਗਾ ਨਦੀ ਵਿੱਚ ਸੁੱਟ ਦਿੰਦੇ ਹਨ। ਗੰਗਾ ਦੇ ਕਿਨਾਰੇ ਤੇ ਤਰਥੱਲੀ ਮਚ ਗਈ ਕਿ ਕੋੜੀ ਨੂੰ ਜਲ ਦੇ ਵਿੱਚ ਡੋਬ ਦਿੱਤਾ ਇਹਨਾਂ ਬੱਚਿਆਂ ਨੇ। ਉਹਦੇ ਸਰੀਰ ਤੇ ਕੋੜ ਹੋਣ ਕਰਕੇ ਉਹ ਕਦੇ ਸਰੀਰ ਨੂੰ ਪਾਣੀ ਨਹੀਂ ਸੀ ਲੱਗਣ ਦਿੰਦਾ, ਕਿਉਂਕਿ ਸਰੀਰ ਵਿੱਚ ਜ਼ਖਮ ਫੁੱਟ ਚੁੱਕੇ ਸਨ। ਪਰ ਜਦੋਂ ਹੀ ਬਾਲ ਗੋਬਿੰਦ ਰਾਏ ਨੇ ਧੱਕਾ ਦਿੱਤਾ, ਉਹ ਓਹੜ ਪੋਹੜ ਕਰਕੇ ਨਦੀ ਦੇ ਵਿੱਚੋਂ ਬਾਹਰ ਨਿਕਲਿਆ। ਕੀ ਦੇਖਦਾ ਹੈ, ਸਾਲਾਂ ਤੋਂ ਜਿਹੜਾ ਸਰੀਰ ਬਿਮਾਰੀ ਤੇ ਕੋਹੜ ਦੇ ਨਾਲ ਮੱਚ ਰਿਹਾ ਸੀ, ਜਿਹੜਾ ਦਿਲ ਪਲ ਪਲ ਤੜਫ ਰਿਹਾ ਸੀ,
ਉਹ ਸਰੀਰ ਨਵਾਂ ਨਰੋਆ ਹੋ ਚੁੱਕਿਆ। ਕਲਗੀਧਰ ਪਾਤਸ਼ਾਹ ਜੀ ਨੇ ਇੱਕ ਕੌਤਕ ਦੇ ਨਾਲ ਉਸ ਕੋੜੀ ਦਾ ਕੋੜ ਪਲਾਂ ਦੇ ਵਿੱਚ ਝਾੜ ਦਿੱਤਾ। ਉਹ ਬਜ਼ੁਰਗ ਪੰਡਤ ਗੋਬਿੰਦ ਕਰਦਾ ਸਾਹਿਬ ਦੇ ਪਿੱਛੇ ਦੌੜ ਰਿਹਾ ਕਿ ਮੈਂ ਚਰਨ ਪਕੜ ਲਵਾਂ, ਪਰ ਮੇਰੇ ਸਾਹਿਬ ਆਪਣਾ ਅਗਲਾ ਚੋਜ ਕਰਨ ਵਾਸਤੇ ਅੱਗੇ ਨੂੰ ਚਲੇ ਗਏ। ਪਰ ਪੰਡਤ ਸ਼ਿਵਦੱਤ ਦੇ ਦਿਲ ਵਿੱਚ ਐਸੀ ਖਿੱਚ ਪਈ ਜੋ ਕੁਝ ਪਲਾਂ ਵਿੱਚ ਇੱਕ ਕੋੜੀ ਦਾ ਕੋੜ ਦੂਰ ਕਰ ਸਕਦਾ ਹੈ, ਤੇ ਮੈਂ ਜਿਸ ਠਾਕਰ ਨੂੰ ਮਿਲਣ ਲਈ ਦਹਾਕਿਆਂ ਤੋਂ ਪੂਜਾ ਪਿਆ ਕਰਦਾ, ਜੇ ਮੇਰੇ ਤੇ ਉਸ ਦੀ ਨਜ਼ਰ ਪੈ ਜਾਏ ਤੇ ਹੋ ਸਕਦਾ ਹੈ ਮੇਰੇ ਦਿਲ ਦੀ ਮੁਰਾਦ ਵੀ ਪੂਰੀ ਹੋ ਜਾਏ। ਅਤੇ ਇੱਕ ਦਿਨ ਪੰਡਤ ਸ਼ਿਵਦੱਤ ਨੇ ਬਾਲ ਗੋਬਿੰਦ ਰਾਏ ਜੀ ਦੇ ਚਰਨ ਪਕੜ ਲਏ ਗੰਗਾ ਦੇ ਕੰਢੇ ਤੇ। ਸਾਹਿਬ ਵੀ ਰੁਕ ਗਏ ਤੇ ਪੰਡਤ ਸ਼ਿਵਦੱਤ ਨਾਲ ਜਦੋਂ ਗੁਫ਼ਤਗੂ ਹੋਈ, ਬਾਲ ਉਮਰੇ ਕਲਗੀਧਰ ਪਾਤਸ਼ਾਹ ਨੇ ਕੁਝ ਵਿਚਾਰਾਂ ਕੀਤੀਆਂ। ਪੰਡਤ ਸ਼ਿਵਦੱਤ ਦੇ ਕਪਾਟ ਖੁੱਲ ਗਏ। ਇਸੇ ਪਟਨੇ ਸ਼ਹਿਰ ਦੇ ਵਿੱਚ ਰਾਜਾ ਫਤਿਹ ਚੰਦ ਮੈਣੀ ਦਾ ਇਤਿਹਾਸ ਆਪਾਂ ਬਹੁਤ ਵਾਰ ਪੜ੍ਹਿਆ ਹੈ, ਸੁਣਿਆ ਵੀ ਹੈ। ਆਓ ਅੱਜ ਜ਼ਿਕਰ ਕਰਦੇ ਹਾਂ ਇਹ ਫਤਿਹ ਚੰਦ ਮੈਣੀ ਕੌਣ ਸੀ, ਕਲਗੀਧਰ ਪਾਤਸ਼ਾਹ ਜੀ ਨਾਲ ਇਸ ਦਾ ਕੀ ਰਿਸ਼ਤਾ ਸੀ, ਕੀ ਸਾਂਝ ਹੈ ਇਸ ਪਰਿਵਾਰ ਦੀ ਸਿੱਖੀ ਦੇ ਨਾਲ। ਇਸੇ ਪਟਨੇ ਸ਼ਹਿਰ ਦੇ ਵਿੱਚ ਇੱਕ ਰਾਜਾ ਸੀ ਫਤਿਹ ਚੰਦ ਮੈਣੀ। ਅੰਨ ਧਨ ਬਹੁਤ ਜ਼ਿਆਦੇ ਭੋਏ ਅਤੇ ਪੈਸੇ ਵਾਲਾ ਹੋਣ ਕਰਕੇ ਲੋਕ ਇਸ ਨੂੰ ਰਾਜਾ ਆਖਦੇ ਸਨ। ਇਹ ਮੈਦਾਨੇ ਜੰਗ ਵਿੱਚ ਜੰਗ ਯੁੱਧ ਲੜਨ ਵਾਲਾ ਰਾਜਾ ਨਹੀਂ ਸੀ, ਬਲਕਿ ਹਕੂਮਤ ਵੱਲੋਂ ਇਸ ਨੂੰ ਰਾਜੇ ਦਾ ਖਿਤਾਬ ਮਿਲਿਆ ਹੋਇਆ ਸੀ। ਲੋਕ ਇਸ ਨੂੰ ਰਾਜਾ ਸਾਹਿਬ ਕਹਿ ਕੇ ਬੁਲਾਉਂਦੇ ਸਨ ਅਤੇ ਕਾਗਜ਼ਾਂ ਦੇ ਵਿੱਚ ਵੀ ਇਸ ਨੂੰ ਰਾਜਾ ਸਾਹਿਬ ਲਿਖਿਆ ਜਾਂਦਾ ਸੀ। ਇਸ ਦੀ ਅਮੀਰੀ ਦੇ ਕਾਰਨ ਇਸ ਦੀ ਜਾਤ ਮੈਣੀ ਸੀ। ਇਹ ਆਪ ਖੱਤਰੀ ਸੀ ਤੇ ਪੰਡਤ ਸ਼ਿਵਦੱਤ ਦਾ ਉਪਾਸ਼ਕ ਸੀ ਫਤਿਹ ਚੰਦ ਮੈਣੀ ਅਤੇ ਇਸ ਦੀ ਇਸਤਰੀ। ਪਰ ਇਹਨਾਂ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ। ਇਹਨਾਂ ਨੇ ਪੰਡਤ ਸ਼ਿਵਦੱਤ ਅੱਗੇ ਗੁਜ਼ਾਰਿਸ਼ ਕੀਤੀ ਕਿ ਸਾਡੀ ਅਰਦਾਸ ਕਰੋ, ਭਗਵਾਨ ਸਾਡੇ ਘਰ ਕੋਈ ਪੁੱਤਰ ਬਖਸ਼ ਦੇ। ਪੰਡਤ ਸ਼ਿਵਦੱਤ ਨੇ ਆਖਿਆ, ਮੈਂ ਬਹੁਤ ਵਾਰ ਅਰਦਾਸ ਕਰ ਚੁੱਕਿਆ ਹਾਂ, ਪਰ ਉਸ ਰੱਬ ਦੀ ਮਰਜ਼ੀ ਏ। ਪਰ ਅਗਲੀ ਵਾਰ ਜਦੋਂ ਪੰਡਤ ਸ਼ਿਵਦੱਤ ਮਿਲਿਆ, ਉਸਨੇ ਆਖਿਆ ਕਿ ਭਗਵਾਨ ਰੂਪ ਵਾਲਾ ਹੋ ਕੇ ਇਸ ਸੰਸਾਰ ਤੇ ਪਟਨੇ ਸ਼ਹਿਰ ਦੇ ਵਿੱਚ ਆ ਗਿਆ ਹੈ। ਮੈਂ ਆਪਣੀਆਂ ਖੁੱਲੀਆਂ ਅਤੇ ਬੰਦ ਅੱਖਾਂ ਦੇ ਨਾਲ ਦਰਸ਼ਨ ਕਰ ਲਏ ਹਨ। ਪੰਡਤ ਸ਼ਿਵਦੱਤ ਦੀ ਗੱਲ ਸੁਣ ਕੇ ਰਾਜਾ ਫਤਿਹ ਚੰਦ ਮੈਣੀ ਅਤੇ ਇਸ ਦੀ ਪਤਨੀ ਆਪਣੇ ਘਰ ਦੇ ਵਿੱਚ ਬੈਠ ਕੇ ਗੋਬਿੰਦ ਦੀ ਆਰਾਧਨਾ ਕਰਨ ਲੱਗ ਪਏ। ਸਮਾਂ ਬੀਤਦਾ ਗਿਆ। ਇੱਕ ਦਿਨ ਇਸੇ ਤਰ੍ਹਾਂ ਰਾਜਾ ਤੇ ਰਾਣੀ ਆਰਾਧਨਾ ਵਿੱਚ ਜੁੜੇ ਹੋਏ ਸਨ। ਕਲਗੀਧਰ ਪਾਤਸ਼ਾਹ ਆਪਣੇ ਸਾਥੀਆਂ ਦੇ ਨਾਲ ਇਹਨਾਂ ਦੇ ਵਿਹੜੇ ਵਿੱਚ ਆਏ, ਸਾਥੀਆਂ ਨੂੰ ਵਿਹੜੇ ਵਿੱਚ ਖਿਲਾਰ ਦਿੱਤਾ ਅਤੇ ਆਪ ਜੀ ਨੇ ਅੰਦਰ ਮਹਿਲਾਂ ਵਿੱਚ ਜਾ ਕੇ ਰਾਣੀ ਮੈਣੀ ਦੇ ਗਲ ਵਿੱਚ ਗਲਵੱਕੜੀ ਪਾ ਕੇ ਜਦੋਂ ਮਾਂ ਸ਼ਬਦ ਆਖਿਆ ਤੇ ਸਾਰਾ ਮਹਿਲ ਗੂੰਜ ਉੱਠਿਆ। ਅਤੇ ਸਾਹਿਬ ਨੇ ਆਖਿਆ, ਮਾਂ ਸਾਨੂੰ ਭੁੱਖ ਲੱਗੀ ਹੈ, ਕੁਝ ਖਾਣ ਨੂੰ ਦਿਓ। ਮੇਰੇ ਸਾਥੀ ਵੀ ਬਾਹਰ ਵਿਹੜੇ ਵਿੱਚ ਖਲੋਤੇ ਹਨ। ਰਾਣੀ ਮੈਣੀ ਨੇ ਉਸੇ ਵਕਤ ਨੌਕਰ ਨੂੰ ਆਵਾਜ਼ ਮਾਰੀ ਕਿ ਜਾ ਕੇ ਬਾਜ਼ਾਰ ਦੇ ਵਿੱਚੋਂ ਗੋਬਿੰਦ ਰਾਏ ਦੇ ਮਨ ਭਾਉਂਦੀਆਂ ਮਠਿਆਈਆਂ ਲੈ ਕੇ ਆਓ। ਪਰ ਗੋਬਿੰਦ ਜੀ ਨੇ ਆਖਿਆ, ਨਹੀਂ ਮਾਂ, ਮਿਠਾਈਆਂ ਦੀ ਜ਼ਰੂਰਤ ਨਹੀਂ ਹੈ। ਜਿਹੜੀਆਂ ਪੂਰੀਆਂ ਤੇ ਛੋਲੇ ਘਰ ਦੀ ਰਸੋਈ ਵਿੱਚ ਬਣੇ ਪਏ ਹਨ, ਸਾਨੂੰ ਉਹੋ ਹੀ ਛਕਾ ਦਿਓ। ਜਦ ਗੋਬਿੰਦ ਰਾਏ ਜੀ ਨੂੰ ਛਕਾਉਣ ਲੱਗੀ ਤੇ ਆਪਨੇ ਆਖਿਆ, ਨਹੀਂ ਮਾਂ, ਮੇਰੇ ਸਾਥੀਆਂ ਨੂੰ ਮੇਰੇ ਤੋਂ ਜ਼ਿਆਦਾ ਭੁੱਖ ਲੱਗੀ ਹੈ। ਆਪਣੇ ਸਾਥੀਆਂ ਨੂੰ ਇੱਕ ਪੰਗਤ ਵਿੱਚ ਬਿਠਾਇਆ। ਆਪਣੇ ਹੱਥੀਂ ਬਾਲ ਗੋਬਿੰਦ ਰਾਏ ਨੇ ਉਹਨਾਂ ਨੂੰ ਪੂਰੀਆਂ ਅਤੇ ਛੋਲੇ ਛਕਾਏ ਅਤੇ ਬਾਅਦ ਵਿੱਚ ਇੱਕ ਪੂਰੀ ਤੇ ਕੁਝ ਚਨੇ ਉੱਪਰ ਰੱਖ ਕੇ ਸਾਹਿਬ ਜੀ ਨੇ ਆਪ ਵੀ ਛਕੇ। ਸਿਆਣੀ ਰਾਣੀ ਮੈਣੀ ਨੇ ਸਵਾਲ ਕੀਤਾ, ਗੋਬਿੰਦ, ਇੱਕ ਪੁੱਤਰ ਦੋ ਮਾਵਾਂ ਦੀਆਂ ਗੋਦੀਆਂ ਵਿੱਚ ਬਰਾਬਰ ਕਿਵੇਂ ਖੇਡੇਗਾ? ਛੋਟੀ ਉਮਰੇ ਬਹੁਤ ਵੱਡਾ ਉੱਤਰ ਦਿੱਤਾ। ਬਾਲ ਗੋਬਿੰਦ ਰਾਏ ਨੇ ਆਖਿਆ, ਮਾਂ, ਜਿਵੇਂ ਪੁੰਨਿਆਂ ਦੀ ਰਾਤ ਨੂੰ ਦੋ ਸਰੋਵਰਾਂ ਵਿੱਚ ਇੱਕ ਚੰਦ ਬਰਾਬਰ ਦੇਖਿਆ ਜਾ ਸਕਦਾ ਹੈ, ਉਸੇ ਤਰ੍ਹਾਂ ਇੱਕ ਗੋਬਿੰਦ ਦੋਨਾਂ ਮਾਵਾਂ ਦੀਆਂ ਗੋਦੀਆਂ ਵਿੱਚ ਬਰਾਬਰ ਖੇਡ ਸਕਦਾ ਹੈ। ਹੁਣ ਇਸੇ ਰਾਣੀ ਮੈਣੀ ਦੇ ਘਰ ਜਦੋਂ ਪਾਤਸ਼ਾਹ ਆਉਂਦੇ, ਦਰਸ਼ਨ ਕਰਨ ਵਾਲੀਆਂ ਸਿੱਖ ਸੰਗਤਾਂ ਵੀ ਆਉਂਦੀਆਂ ਅਤੇ ਹੌਲੀ ਹੌਲੀ ਇੱਥੇ ਦੀਵਾਨ ਵੀ ਸਜਣ ਲੱਗ ਪਿਆ, ਕੀਰਤਨ ਹੋਣ ਲੱਗ ਪਿਆ। ਅਤੇ ਜਦੋਂ ਸ਼ਾਮ ਦਾ ਦੀਵਾਨ ਲੱਗਦਾ, ਜਿੰਨਾ ਚਿਰ ਬਾਲ ਗੋਬਿੰਦ ਰਾਏ
ਸਾਥੀਆਂ ਨਾਲੋਂ ਖੇਡ ਕੇ ਵਾਪਸ ਨਾ ਆਉਂਦੇ, ਉਨਾ ਚਿਰ ਸਿੱਖ ਸੰਗਤਾਂ ਰਹਿਰਾਸ ਸਾਹਿਬ ਜੀ ਦਾ ਜਾਪ ਨਾ ਕਰਦੀਆਂ। ਤਦ ਤੋਂ ਲੋਕੀ ਦੱਸਦੇ ਹਨ ਕਿ ਤਖਤ ਸ੍ਰੀ ਪਟਨਾ ਸਾਹਿਬ ਵਾਲੇ ਸਥਾਨ ਤੇ ਰਹਿਰਾਸ ਸਾਹਿਬ ਜੀ ਦਾ ਪਾਠ ਸੰਧਿਆ ਗਈ ਤੋਂ 2-4 ਘੜੀਆਂ ਬਾਅਦ ਸ਼ੁਰੂ ਹੁੰਦਾ ਹੈ। ਇਹ ਰਿਵਾਜ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਪੈ ਗਿਆ ਸੀ। ਅੱਜ ਪਟਨਾ ਸਾਹਿਬ ਦੀ ਧਰਤੀ ਤੇ ਜੋ ਗੁਰਦੁਆਰਾ ਹੈ ਮੈਣੀ ਸੰਗਤ, ਇਹ ਉਸ ਰਾਜਾ ਫਤਿਹ ਚੰਦ ਮੈਣੀ ਦਾ ਘਰ ਹੀ ਹੈ ਅਤੇ ਗੁਰੂ ਗੋਬਿੰਦ ਰਾਏ ਜੀ ਦੀ ਯਾਦ ਵਿੱਚ ਗੁਰਦੁਆਰੇ ਦੀ ਪਹਿਲੀ ਇਮਾਰਤ ਇਸੇ ਰਾਜਾ ਫਤਿਹ ਚੰਦ ਮੈਣੀ ਨੇ ਬਣਵਾਈ ਸੀ ਆਪਣੇ ਸਮੇਂ ਦੇ ਵਿੱਚ। ਕਲਗੀਧਰ ਪਾਤਸ਼ਾਹ ਜਿੱਥੇ ਵਸਦੇ ਤੇ ਖੇਡਦੇ ਸਨ, ਉੱਥੇ ਹੀ ਇੱਕ ਖੂਹ ਸੀ ਜਿਸ ਦਾ ਮਿੱਠਾ ਪਾਣੀ ਦੂਰ ਦੂਰ ਤੋਂ ਸਵਾਣੀਆਂ ਲੈਣ ਆਇਆ ਕਰਦੀਆਂ। ਪਰ ਕਲਗੀਧਰ ਪਾਤਸ਼ਾਹ ਜੀ ਨੇ ਇੱਥੇ ਵੀ ਚੋਜ ਕੀਤਾ, ਆਪਣੇ ਤੀਰ ਕਮਾਨ ਦੇ ਨਾਲ, ਆਪਣੀ ਗੁਲੇਲ ਦੇ ਨਾਲ ਉਹਨਾਂ ਦੇ ਘੜਿਆਂ ਨੂੰ ਭੰਨ ਦਿਆ ਕਰਦੇ। ਜਦੋਂ ਸਵਾਣੀਆਂ ਜਾ ਕੇ ਮਾਤਾ ਗੁਜਰ ਕੌਰ ਜੀ ਦੇ ਕੋਲ ਘੜਾ ਭੰਨਣ ਦੀ ਵਿਥਿਆ ਦੱਸਦੀਆਂ ਤੇ ਮਾਂ ਗੁਜਰ ਕੌਰ ਪਿਆਰ ਅਤੇ ਸਤਿਕਾਰ ਵੀ ਆਈਆਂ ਨੂੰ ਦਿੰਦੀ, ਪ੍ਰਸ਼ਾਦਾ ਪਾਣੀ ਵੀ ਛਕਾਉਂਦੀ ਤੇ ਨਾਲ ਚਾਂਦੀ ਦੇ ਰੁਪਈਏ ਵੀ ਉਹਨਾਂ ਘੜਿਆਂ ਦਾ ਇਵਜ਼ ਉਹਨਾਂ ਨੂੰ ਦੇ ਦਿਆ ਕਰਦੀ। ਇੱਕ ਦਿਨ ਸਾਹਮਣੇ ਉਹ ਜਦੋਂ ਸਾਹਿਬ ਬਾਲ ਗੋਬਿੰਦ ਰਾਏ ਇੱਕ ਸਵਾਣੀ ਦਾ ਘੜਾ ਭੰਨਣ ਲੱਗੇ, ਉਹ ਦੌੜ ਕੇ ਪਾਸੇ ਹੋਣ ਲੱਗੀ ਤੇ ਗਲੇਲ ਦਾ ਨਿਸ਼ਾਨਾ ਉਸ ਦੇ ਮੱਥੇ ਵਿੱਚ ਲੱਗਾ। ਡਾਢੀ ਰੰਜ ਹੋਈ, ਆ ਕੇ ਮਾਤਾ ਗੁਜਰ ਕੌਰ ਨੂੰ ਹੋਈ ਬੀਤੀ ਦੱਸੀ। ਮਾਂ ਗੁਜਰ ਕੌਰ ਨੇ ਚਾਂਦੀ ਦੇ ਰੁਪਈਏ ਵੀ ਦਿੱਤੇ, ਪਰ ਨਾਲ ਹੀ ਖੂਹ ਦੇ ਕੋਲ ਜਾ ਕੇ ਬਚਨ ਕੀਤਾ ਕਿ ਐ ਖੂਹ ਤੇਰਾ ਜਲ ਹੀ ਖਾਰਾ ਹੋ ਜਾਏ, ਨਾ ਮੈਂ ਇਹਨਾਂ ਸਵਾਣੀਆਂ ਨੂੰ ਪਾਣੀ ਭਰਨ ਤੋਂ ਰੋਕ ਸਕਦੀ ਹਾਂ ਤੇ ਨਾ ਬਾਲ ਗੋਬਿੰਦ ਰਾਏ ਨੂੰ ਚੋਜ ਕਰਨ ਤੋਂ ਰੋਕ ਸਕਦੀ ਹਾਂ। ਜਿਸ ਕਰਕੇ ਇਤਿਹਾਸਕਾਰ ਕਹਿੰਦੇ ਹਨ ਉਸ ਖੂਹ ਦਾ ਪਾਣੀ ਉਦੋਂ ਤੋਂ ਖਾਰਾ ਹੋ ਗਿਆ। ਹੋਰ ਬੇਅੰਤ ਚੋਜ ਹਨ ਪਟਨਾ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਜੀ ਦੇ। ਤੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਪਸ ਪੰਜਾਬ ਮੁੜਨ ਲੱਗੇ ਨੇ। ਸੱਦਾ ਆ ਗਿਆ ਕਿ ਗੋਬਿੰਦ ਰਾਏ ਜੀ ਪਟਨਾ ਛੱਡ ਕੇ ਪੰਜਾਬ ਨੂੰ ਜਾ ਰਹੇ ਹਨ। ਦੂਰੋਂ ਦੂਰੋਂ ਲੋਕ ਦਰਸ਼ਨਾਂ ਨੂੰ ਆਏ, ਪਰ ਜਿਨ੍ਹਾਂ ਨਾਲ ਡਾਢਾ ਪਿਆਰ ਸੀ, ਪੰਡਤ ਸ਼ਿਵਦੱਤ, ਦੂਸਰਾ ਕੋੜੀ ਬ੍ਰਾਹਮਣ ਰਾਜਾ ਫਤਿਹ ਚੰਦ ਮੈਣੀ, ਇਸ ਦੀ ਧਰਮ ਸੁਪਤਨੀ ਜਿਸ ਨੂੰ ਪਾਤਸ਼ਾਹ ਜੀ ਮਾਂ ਆਖਿਆ ਕਰਦੇ ਸਨ, ਹੋਰ ਵੀ ਪਿਆਰ ਵਾਲੀਆਂ ਸਿੱਖ ਸੰਗਤਾਂ ਬਹੁਤ ਆਈਆਂ। ਜਦੋਂ ਸਾਹਿਬ ਤੁਰਨ ਲੱਗੇ ਪਟਨੇ ਤੋਂ ਸਦਾ ਵਾਸਤੇ, ਸਾਥੀ ਵੀ ਕੁਰਲਾ ਉੱਠੇ, ਸਿੱਖ ਸੰਗਤਾਂ ਬਿਰਲਾਪ ਕਰ ਰਹੀਆਂ ਸਨ। ਰਾਣੀ ਮੈਣੀ ਵਿਆਕਲ ਹੋ ਗਈ ਸੀ ਕਿ ਅੱਜ ਤੋਂ ਬਾਅਦ ਮੈਨੂੰ ਮਾਂ ਕਿਸੇ ਨਹੀਂ ਆਖਣਾ, ਤੇ ਕਲਗੀਧਰ ਪਾਤਸ਼ਾਹ ਜੀ ਨੇ ਉਸ ਵੇਲੇ ਆਪਣੀਆਂ ਕੁਝ ਬਖਸ਼ਿਸ਼ਾਂ ਦਿੱਤੀਆਂ ਸਨ ਇਸ ਪਰਿਵਾਰ ਨੂੰ। ਕਲਗੀਧਰ ਪਾਤਸ਼ਾਹ ਜੀ ਨੇ ਰਾਜਾ ਫਤਿਹ ਚੰਦ ਮੈਣੀ ਨੂੰ ਇੱਕ ਕਟਾਰ, ਇੱਕ ਤਲਵਾਰ, ਆਪਣੀ ਸਾਰੀ ਪੋਸ਼ਾਕ ਬਖਸ਼ ਕੇ ਆਖਿਆ ਕਿ ਮੈਂ ਤੁਸਾਂ ਦੇ ਕੋਲ ਹੀ ਹਾਂ, ਪਰ ਜਦੋਂ ਫਿਰ ਵੀ ਤੁਹਾਡਾ ਦਿਲ ਜ਼ਿਆਦਾ ਉਤਾਵਲਾ ਹੋਵੇ, ਇਹਨਾਂ ਵਸਤਾਂ ਦੇ ਦਰਸ਼ਨ ਕਰ ਲਿਆ ਕਰਨੇ, ਦਿਲ ਨੂੰ ਠੰਡ ਪਏਗੀ। ਅਤੇ ਮੇਰੇ ਸਾਥੀ ਜਿਨ੍ਹਾਂ ਦੇ ਨਾਲ ਮੈਂ ਖੇਡਦਾ ਰਿਹਾ ਹਾਂ, ਉਹਨਾਂ ਨੂੰ ਆਪਣੇ ਘਰ ਸੱਦ ਕੇ ਸ਼ਰਧਾ ਨਾਲ ਪੂਰੀਆਂ ਤੇ ਛੋਲੇ ਛਕਾ ਦਿਆ ਕਰੋ, ਮੇਰੇ ਦਰਸ਼ਨ ਹੋ ਜਾਇਆ ਕਰਨਗੇ। ਇਤਿਹਾਸ ਦੱਸਦਾ ਹੈ ਰਾਜਾ ਫਤਿਹ ਚੰਦ ਤੇ ਰਾਣੀ ਮੈਣੀ ਇਹਨਾਂ ਕਿਰਪਾਨ, ਕਟਾਰ ਤੇ ਪੋਸ਼ਾਕ ਦੇ ਵਿੱਚੋਂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਦੇ ਰਹੇ, ਸਾਹਮਣੇ ਬੈਠ ਕੇ ਜਾਪ ਕਰਦੇ ਰਹੇ। ਅਤੇ ਜਦੋਂ ਆਨੰਦਪੁਰ ਕਲਗੀਧਰ ਪਾਤਸ਼ਾਹ ਜੀ ਤਖਤ ਤੇ ਵਿਰਾਜਮਾਨ ਸਨ, ਉਦੋਂ ਇੱਕ ਵਾਰ ਰਾਜਾ ਫਤਿਹ ਚੰਦ ਤੇ ਰਾਣੀ ਮੈਣੀ ਉੱਥੇ ਗਏ ਸਨ। ਡਾਢਾ ਪਿਆਰ ਦਿੱਤਾ ਕਲਗੀਧਰ ਪਾਤਸ਼ਾਹ ਜੀ ਨੇ, ਅਤੇ ਉੱਥੋਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਵੀ ਇਸ ਪਰਿਵਾਰ ਨੂੰ ਦਿੱਤੀ, ਜੋ ਰਾਜਾ ਫਤਿਹ ਚੰਦ ਮੈਣੀ ਨੇ ਆਪਣੇ ਮਹਿਲਾਂ ਦੇ ਵਿੱਚ ਲਿਆ ਕੇ ਪ੍ਰਕਾਸ਼ ਕਰ ਲਈ। ਕਲਗੀਧਰ ਪਾਤਸ਼ਾਹ ਜੀ ਦੀ ਪਵਿੱਤਰ ਬੀੜ, ਪਵਿੱਤਰ ਕਿਰਪਾਨ, ਕਟਾਰ ਤੇ ਇੱਕ ਪੋਸ਼ਾਕ ਇਸ ਪਰਿਵਾਰ ਦੇ ਕੋਲ ਰਹੀ, ਤੇ ਅੱਜ ਵੀ ਸਮੇਂ-ਸਮੇਂ ਸਿਰ ਉੱਥੇ ਜਾਣ ਵਾਲੀਆਂ ਸਿੱਖ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਹੋਰ ਬੇਅੰਤ ਸਿੱਖ ਸੰਗਤਾਂ ਨੂੰ ਬੇਅੰਤ ਪ੍ਰਵਚਨ ਕੀਤੇ ਕਲਗੀਧਰ ਪਾਤਸ਼ਾਹ ਜੀ ਨੇ। 12 ਕੋਹ ਤੱਕ ਪਟਨੇ ਦੀ ਸਿੱਖ ਸੰਗਤ ਕਲਗੀਧਰ ਪਾਤਸ਼ਾਹ ਜੀ ਨੂੰ ਇੱਕ ਵੱਡੇ ਇਕੱਠ ਦੇ ਰੂਪ ਵਿੱਚ ਤੋਰਨ ਵਾਸਤੇ ਆਈ, ਜਿਹਦੇ ਵਿੱਚ ਬਜ਼ੁਰਗ, ਨੌਜਵਾਨ, ਮਰਦ, ਇਸਤਰੀਆਂ, ਬੱਚੇ, ਅਣਗਿਣਤ ਸਿੱਖ ਸੰਗਤਾਂ ਕਲਗੀਧਰ ਪਾਤਸ਼ਾਹ ਜੀ ਦੇ ਪਿੱਛੇ ਤੁਰੀਆਂ ਜਾ ਰਹੀਆਂ ਸਨ
ਕਿਉਂਕਿ ਥੋੜੇ ਜਿਹੇ ਸਮੇਂ ਵਿੱਚ ਸਾਹਿਬ ਨੇ ਚੋਜ ਹੀ ਇੰਨੇ ਕੀਤੇ ਸਨ ਪਟਨੇ ਦੀ ਧਰਤੀ ਤੇ ਕਿ ਰਹਿੰਦੀ ਦੁਨੀਆ ਤੱਕ ਪਟਨੇ ਨੂੰ ਪੂਜਣ ਯੋਗ ਬਣਾ ਕੇ 7 ਸਾਲ ਦੀ ਉਮਰ ਵਿੱਚ ਕਲਗੀਆਂ ਵਾਲਾ ਪਟਨੇ ਤੋਂ ਅਗਲੀ ਮੰਜ਼ਿਲ ਵੱਲ ਨੂੰ ਤੁਰ ਚੱਲਿਆ ਸੀ। ਅੱਜ ਜਦੋਂ ਵੀ ਕਲਗੀਧਰ ਪਾਤਸ਼ਾਹ ਜੀ ਦੇ ਇਤਿਹਾਸ ਦਾ ਜ਼ਿਕਰ ਆਉਂਦਾ ਹੈ ਤੇ ਪਟਨੇ ਤੋਂ ਇਤਿਹਾਸ ਸ਼ੁਰੂ ਹੁੰਦਾ ਹੈ। ਪਟਨੇ ਦੀ ਉਹ ਧਰਤੀ ਜਿਸ ਨੂੰ ਭਾਗ ਲਾ ਕੇ ਕਲਗੀਧਰ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਬਣਾ ਦਿੱਤਾ ਅਤੇ ਸਾਡੇ 5 ਤਖਤਾਂ ਦੇ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਅਦ ਦੂਸਰਾ ਤਖਤ ਉਸੇ ਪਟਨਾ ਸਾਹਿਬ ਦੀ ਧਰਤੀ ਦਾ ਹੈ। ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਗੁਰਸਿੱਖ ਸੰਗਤ ਨੂੰ ਕੋਟਨ ਕੋਟ ਮੁਬਾਰਕਬਾਦ। ਗੱਜ ਕੇ ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।